ਇਸ ਵਿੱਚ ਵੱਡੇ ਵੱਡੇ ਪਿੰਡਾਂ 'ਚ ਚਰਚਾ ਚੱਲ ਰਹੀ ਹੈ ਕਿ ਇਹ ਹੋਏਗਾ, ਉਹ ਹੋਏਗਾ, ਜ਼ਮੀਨ ਜਾਏਗੀ, ਇਹ ਹੋਏਗਾ। ਇਸ ਬਾਰੇ 'ਚ ਕੁਝ ਦੱਸੋ। ਸਾਹਿਬ ਆ ਗਏ ਨੇ। ਨਮਸਤੇ ਸਰ। ਨਮਸਤੇ। ਬੈਠੋ ਬੈਠੋ। ਭਰਾਵਾ, ਤੁਸੀਂ ਲੋਕ ਜੋ ਚਰਚਾ ਕਰ ਰਹੇ ਹੋ, ਸਰਕਾਰ ਜੋ ਬਿੱਲ ਲਿਆਈ ਹੈ, ਕੀ ਬਿੱਲ ਹੈ, ਕਿਸ ਤਰ੍ਹਾਂ ਦਾ ਹੈ, ਜ਼ਮੀਨ ਜਾ ਰਹੀ ਹੈ ਜਾਂ ਫਸਲ ਦਾ ਕੀ ਹੋਇਆ, ਸਾਨੂੰ ਵੀ ਕਹਿੰਦੇ ਰਹਿੰਦੇ ਹੋ ਅਤੇ ਆਪਸ ਵਿੱਚ ਵੀ ਚਰਚਾ ਕਰਦੇ ਰਹਿੰਦੇ ਹੋ। ਇਹ ਵਿਜੇ ਜੀ ਆਏ ਨੇ। ਇਹ ਵਿਜੇ ਜੀ, ਜਿਹੜੀ ਵੀ ਸਮੱਸਿਆ ਹੈ ਇਹਨਾਂ ਨਾਲ ਗੱਲ ਕਰੋ। ਤੁਸੀਂ ਲੋਕਾਂ ਨੇ ਸੁਣਿਆ ਹੋਏਗਾ, ਸਰਕਾਰ ਨੇ ਕਾਨੂੰਨ ਬਣਾਇਆ ਹੈ ਜਿਸ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਗਈ ਹੈ। ਤੁਸੀਂ ਜਿਹੜੇ ਨਵੇਂ ਕਾਨੂੰਨ ਆਏ ਨੇ ਉਸ ਦੇ ਬਾਰੇ ਵਿੱਚ ਚਰਚਾ ਸੁਣੀ ਹੈ, ਉਸ ਦੇ ਬਾਰੇ ਵਿੱਚ ਜਾਣਕਾਰੀ ਬਹੁਤ ਮਿਲੀ ਹੈ, ਲੇਕਿਨ ਪੂਰੀ ਕਲੈਰਿਟੀ ਨਹੀਂ ਹੈ, ਕਲੀਅਰ ਨਹੀਂ ਹੈ। ਅੱਜ ਅਸੀਂ ਉਹਨਾਂ ਦੀ ਚਰਚਾ ਕਰਾਂਗੇ। ਤੁਹਾਡੇ ਜਿੰਨੇ ਵੀ ਸਵਾਲਾਂ ਦੇ ਜਵਾਬ ਸਾਡੇ ਕੋਲ ਨੇ ਉਹ ਅਸੀਂ ਤੁਹਾਨੂੰ ਦੇਵਾਂਗੇ। ਕਾਨੂੰਨ ਬਹੁਤ ਸਿੰਪਲ ਹੈ, ਕਿਸਾਨਾਂ ਦੇ ਹਿੱਤ ਵਿੱਚ ਹੈ। ਬਹੁਤ ਚੰਗਾ ਕਾਨੂੰਨ ਭਾਰਤ ਸਰਕਾਰ ਨੇ ਬਣਾਇਆ ਹੈ ਅਤੇ ਪਰਪਸ ਇਹੀ ਹੈ, ਇਸ ਦਾ ਪੂਰਾ ਜਿਹੜਾ ਆਧਾਰ ਹੈ ਕਾਨੂੰਨ ਦਾ ਉਹ ਇਹੀ ਹੈ ਕਿ ਕਿਸਾਨ ਦੀ ਆਮਦਨੀ ਕਿਸ ਤਰ੍ਹਾਂ ਵਧੇ, ਕਿਸਾਨ ਦੀ ਜਿਹੜੀ ਬਾਜ਼ਾਰ ਦੀ ਜ਼ਰੂਰਤਾਂ ਨੇ ਉਸ ਨੂੰ ਕਿਸ ਤਰ੍ਹਾਂ ਜੋੜਿਆ ਜਾਏ ਅਤੇ ਕਿਸਾਨ ਦੀ ਖੁਸ਼ਹਾਲੀ ਕਿਸ ਤਰ੍ਹਾਂ ਲਿਆਈ ਜਾਏ। ਇਹ ਕਿਸਾਨਾਂ ਦਾ ਜਿਹੜਾ ਕੰਟਰੈਕਟ ਹੋਏਗਾ ਉਸ ਵਿੱਚ ਕੌਣ ਸਾਈਨ ਕਰੇਗਾ। ਵੇਖੋ, ਜੋ ਕਾਨੂੰਨ ਬਣਾਇਆ ਹੈ ਭਾਰਤ ਸਰਕਾਰ ਨੇ, ਉਸ ਹਿਸਾਬ ਨਾਲ ਕੋਈ ਵੀ ਇਨਸਾਨ, ਕੋਈ ਵੀ ਜਿਹੜੀ ਕੰਪਨੀ ਹੈ, ਆਮ ਆਦਮੀ ਹੈ, ਵਪਾਰੀ ਹੈ, ਐਕਸਪੋਰਟਰ ਹੈ, ਪ੍ਰੋਸੈਸਰ ਹੈ, ਕੋਈ ਵੀ ਤੁਹਾਡੇ ਨਾਲ ਕੰਟਰੈਕਟ ਸਾਈਨ ਕਰ ਸਕਦਾ ਹੈ। ਜੇਕਰ ਉਹ ਕੰਟਰੈਕਟ ਤੁਹਾਡੀ ਮਨਮਰਜ਼ੀ ਦੇ ਹਿਸਾਬ ਤੋਂ ਟਰਮਸ ਐਂਡ ਕੰਡੀਸ਼ਨ ਜੇਕਰ ਦੋਵਾਂ ਪਾਰਟੀਆਂ ਨੂੰ ਸਮਝ ਆਉਂਦੀ ਹੈ ਤਾਂ ਤੁਸੀਂ ਕੰਟਰੈਕਟ ਕਰ ਸਕਦੇ ਹੋ। ਇਹ ਜਿਹੜਾ ਕੰਟਰੈਕਟ ਹੋਏਗਾ ਇਹ ਬੁਆਈ ਤੋਂ ਪਹਿਲੇ ਹੋਏਗਾ ਜਾਂ ਬੁਆਈ ਦੇ ਬਾਅਦ ਹੋਏਗਾ। ਵੇਖੋ, ਤੁਹਾਡਾ ਜਿਹੜਾ ਸਵਾਲ ਹੈ ਕਿ ਕਿਸਾਨ ਕਦੋਂ ਕੰਟਰੈਕਟ ਸਾਈਨ ਕਰੇ, ਤੁਸੀਂ ਕੋਸ਼ਿਸ਼ ਇਹ ਕਰੋ ਕਿ ਹਮੇਸ਼ਾ ਫਸਲ ਲਗਾਉਣ ਤੋਂ ਪਹਿਲਾਂ ਸਾਈਨ ਕਰੋ। ਆਪਣੀ ਟਰਮਸ ਐਂਡ ਕੰਡੀਸ਼ਨ ਜੋ ਵਪਾਰੀ ਤੁਹਾਡੇ ਕੋਲ ਆਂਦਾ ਹੈ ਉਸ ਨਾਲ ਗੱਲਬਾਤ ਕਰੋ। ਆਪਣੀ ਟਰਮਸ ਐਂਡ ਕੰਡੀਸ਼ਨ ਨੂੰ ਸਮਝੋ, ਉਸ ਦੀ ਜ਼ਰੂਰਤ ਨੂੰ ਸਮਝੋ। ਜਦੋਂ ਸਮਝ ਆ ਜਾਵੇ, ਜਦੋਂ ਤੁਸੀਂ ਉਸ ਦੀ ਗੱਲ ਸਮਝ ਜਾਓ, ਉਹ ਤੁਹਾਡੀ ਗੱਲ ਸਮਝ ਜਾਵੇ, ਉਸ ਵੇਲੇ ਤੁਸੀਂ ਐਗਰੀਮੈਂਟ ਸਾਈਨ ਕਰੋ ਅਤੇ ਕੋਸ਼ਿਸ਼ ਕਰੋ ਕਿ ਫਸਲ ਲਗਾਉਣ ਤੋਂ ਪਹਿਲਾਂ, ਤਾਂ ਕਿ ਉਸ ਦੀਆਂ ਜ਼ਰੂਰਤਾਂ ਤੁਹਾਨੂੰ ਪਤਾ ਰਹੇ, ਤੁਹਾਨੂੰ ਇਹ ਸਮਝ ਆ ਜਾਏ ਕਿ ਉਹ ਕੀ ਚਾਹੁੰਦਾ ਹੈ, ਉਸ ਨੂੰ ਇਹ ਸਮਝ ਆਏ ਕਿ ਤੁਸੀਂ ਕੀ ਦੇ ਸਕਦੇ ਹੋ। ਜਦੋਂ ਤਸੱਲੀ ਹੋ ਜਾਏ ਤਾਂ ਹੀ ਤੁਸੀਂ ਕੰਟਰੈਕਟ ਸਾਈਨ ਕਰੋ। ਕੰਟਰੈਕਟ ਸਾਈਨ ਕਰਨਾ ਕੋਈ ਜ਼ਬਰਦਸਤੀ ਨਹੀਂ, ਕੋਈ ਮਜਬੂਰੀ ਨਹੀਂ ਹੈ। ਇਹ ਜਿਹੜਾ ਸਮਝੌਤਾ ਹੋਏਗਾ ਉਸ ਦੇ ਕਾਗਜ਼ ਕੌਣ ਰੱਖੇਗਾ। ਵੇਖੋ, ਕਾਨੂੰਨ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੀਆਂ ਦੋ ਪਾਰਟੀਆਂ ਐਗਰੀਮੈਂਟ ਕਰਦੀਆਂ ਨੇ, ਦੋਵਾਂ ਨੂੰ ਆਪਣੀ ਆਪਣੀ ਕਾਪੀ ਰੱਖਣੀ ਚਾਹੀਦੀ ਹੈ। ਠੀਕ ਹੈ। ਕਾਨੂੰਨ ਵਿੱਚ ਇਹ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਇੱਕ ਰਾਜ ਸਰਕਾਰ ਇਲੈਕਟ੍ਰੋਨਿਕ ਰਜਿਸਟਰੀ ਬਣਾਏਗੀ। ਜਿਹੜਾ ਵੀ ਤੁਸੀਂ ਕੰਟਰੈਕਟ ਸਾਈਨ ਕਰੋਗੇ, ਤੁਸੀਂ ਉਸ ਦੀ ਫੋਟੋ, ਉਸ ਦੀ ਕਾਪੀ ਕਰਕੇ ਤੁਸੀਂ ਉਸ ਨੂੰ ਇਲੈਕਟ੍ਰੋਨਿਕਲੀ ਅਪਲੋਡ ਕਰ ਸਕਦੇ ਹੋ, ਤਾਂ ਕਿ ਕਦੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਜ਼ਰੂਰਤ ਪਵੇ, ਕੋਈ ਵਿਵਾਦ ਹੋਵੇ, ਕੋਈ ਹੋਰ ਸਮੱਸਿਆ ਆਵੇ, ਤਾਂ ਸਰਕਾਰ ਜਾਂ ਅਧਿਕਾਰੀ ਉੱਥੋਂ ਉਸ ਕੰਟਰੈਕਟ ਨੂੰ ਡਾਊਨਲੋਡ ਕਰਕੇ ਪੜ੍ਹ ਸਕਦਾ ਹੈ ਅਤੇ ਦੱਸ ਸਕਦੇ ਨੇ ਕਿ ਕੰਟਰੈਕਟ ਵਿੱਚ ਤੁਸੀਂ ਲੋਕਾਂ ਨੇ ਕੀ ਸਾਈਨ ਕੀਤਾ ਸੀ ਅਤੇ ਕੀ ਪ੍ਰਾਵਧਾਨ ਸੀ, ਤਾਂ ਕਿ ਵਿਵਾਦ ਦੀ ਸਮੱਸਿਆ ਜਦੋਂ ਵੀ ਆਏ ਉਹ ਆਸਾਨੀ ਨਾਲ ਨਿਪਟ ਜਾਏ। ਜਿਹੜਾ ਅਸੀਂ ਸਮਝੌਤਾ ਕਰ ਰਹੇ ਹਾਂ, ਇਹਨਾਂ ਦੇ ਸ਼ਰਤਾਂ ਕੀ ਹੋਣਗੀਆਂ ਅਤੇ ਕੌਣ ਤੈਅ ਕਰੇਗਾ। ਜਿਹੜੇ ਕਾਨੂੰਨ ਦੀ ਜਿਹੜਾ ਪ੍ਰਾਵਧਾਨ ਹੈ ਉਹ ਇਹ ਹੈ ਕਿ ਜੋ ਟਰਮਸ ਐਂਡ ਕੰਡੀਸ਼ਨ ਹੈ ਉਹ ਦੋਵਾਂ ਪਾਰਟੀਆਂ ਮਿਲ ਕੇ ਤੈਅ ਕਰਨਗੀਆਂ। ਜਿਸ ਤਰ੍ਹਾਂ ਤੁਸੀਂ ਕਿਸਾਨ ਹੋ ਅਤੇ ਇੱਕ ਵਪਾਰੀ ਜੋ ਤੁਹਾਡੇ ਨਾਲ ਕੰਟਰੈਕਟ ਕਰਨਾ ਚਾਹੁੰਦਾ ਹੈ, ਦੋਵੇਂ ਤੁਸੀਂ ਲੋਕ ਆਪਸ ਵਿੱਚ ਚਰਚਾ ਕਰਕੇ ਟਰਮਸ ਐਂਡ ਕੰਡੀਸ਼ਨ ਫਾਈਨਲ ਕਰਨਗੇ। ਕੋਈ ਕਿਸੇ ਤੇ ਦਬਾਅ ਨਹੀਂ ਪਾ ਸਕਦਾ। ਠੀਕ ਹੈ। ਜਦ ਤੁਹਾਡੀ ਟਰਮਸ ਐਂਡ ਕੰਡੀਸ਼ਨ ਤੁਹਾਨੂੰ ਸਮਝ ਆ ਜਾਵੇ, ਜਦ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਸਮਝ ਆ ਗਈ ਹੈ, ਤਦ ਉਸ ਟਰਮਸ ਐਂਡ ਕੰਡੀਸ਼ਨ ਨੂੰ ਤੁਸੀਂ ਕਾਗਜ਼ 'ਤੇ ਲਿਖ ਲਵੋ। ਉਹ ਤੁਹਾਡਾ ਕੰਟਰੈਕਟ ਦਾ ਅਧਿਕਾਰ ਹੋਏਗਾ। ਠੀਕ ਹੈ। ਉਸੀ ਬੇਸ 'ਤੇ ਤੁਸੀਂ ਸਾਈਨ ਕਰੋਗੇ ਅਤੇ ਉਹ ਤੁਹਾਡਾ ਕੰਟਰੈਕਟ ਫਾਰਮਿੰਗ ਦਾ ਕੰਟਰੈਕਟ ਬਣ ਜਾਏਗਾ। ਤਾਂ ਦੋਵੇਂ ਪਾਰਟੀਆਂ ਮਿਲ ਕੇ ਤੈਅ ਕਰਨਗੀਆਂ ਕਿ ਟਰਮਸ ਐਂਡ ਕੰਡੀਸ਼ਨ ਕੀ ਹੋਏਗੀ। ਇਹ ਸੌਦਾ ਹੈ, ਉੱਪਰ ਦਾ ਖਰਚਾ ਹੈ, ਬੀਜ ਹੈ, ਖਾਦ ਹੈ, ਇਹ ਕੌਣ ਦੇਣਗੇ। ਵੇਖੋ, ਬਹੁਤ ਚੰਗਾ ਸਵਾਲ ਹੈ ਤੁਹਾਡਾ। ਵੇਖੋ, ਕਈ ਵਾਰ ਜੋ ਵਪਾਰੀ ਹੈ ਜਾਂ ਕੰਪਨੀ ਹੈ ਉਹ ਆਪਣੇ ਵੱਲੋਂ ਕਹਿੰਦੀ ਹੈ ਕਿ ਸਾਨੂੰ ਖਾਸ ਤਰ੍ਹਾਂ ਦੀ ਫਸਲ ਉਗਾਣੀ ਹੈ। ਉਸਦਾ ਜਿਹੜਾ ਬੀਜ ਹੈ ਤੁਹਾਨੂੰ ਸ਼ਾਇਦ ਬਾਜ਼ਾਰ 'ਚ ਨਹੀਂ ਮਿਲੇਗਾ। ਮੈਂ ਉਸਦਾ ਜਿਹੜਾ ਖਾਸ ਬੀਜ ਹੈ ਉਹ ਤੁਹਾਨੂੰ ਦਿਆਂਗਾ, ਜਾਂ ਕੋਈ ਖਾਸ ਤਕਨੀਕ ਦੀ ਜੋ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ, ਗ੍ਰੀਨ ਹਾਊਸ ਦੀ ਕ੍ਰੌਪ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਜਾਂ ਆਰਗੈਨਿਕ ਕ੍ਰੌਪ ਹੈ, ਤੇ ਉਹ ਮੈਂ ਤੁਹਾਨੂੰ ਦੱਸਾਂਗਾ। ਅਤੇ ਜਿਹੜੀ ਤੁਹਾਨੂੰ ਉਸ ਵਿੱਚ ਜਾਣਕਾਰੀ ਚਾਹੀਦੀ ਹੈ ਜਾਂ ਵਿਗਿਆਨਿਕ ਸਪੋਰਟ ਚਾਹੀਦੀ ਹੈ, ਕਿਸੇ ਤਰ੍ਹਾਂ ਦਾ ਖਾਦ ਬੀਜ ਚਾਹੀਦਾ ਹੈ, ਉਹ ਮੈਂ ਤੁਹਾਨੂੰ ਦਿਆਂਗਾ, ਤਾਂ ਕਿ ਤੁਸੀਂ ਮੇਰੇ ਹਿਸਾਬ ਨਾਲ ਉਗਾਓ। ਅਤੇ ਮੈਂ ਕੰਟਰੈਕਟ ਵਿੱਚ ਲਿਖ ਦਿਆਂਗਾ ਕਿ ਇਹ ਇੰਨੇ ਰੁਪਏ ਦੀ, ਇੰਨੇ ਕੀਮਤ ਦੀ ਤੁਹਾਨੂੰ ਦੇ ਰਿਹਾ, ਅਤੇ ਉਸ ਹਿਸਾਬ ਨਾਲ ਮੈਨੂੰ ਚੀਜ਼ ਦਾ ਪੈਦਾਵਾਰ ਕਰਕੇ ਦਿਓਗੇ ਤਾਂ ਕਿ ਮੈਂ ਵਪਾਰ ਕਰ ਸਕਾਂ। ਇਹ ਜਿਹੜੀਆਂ ਸਰਵਿਸਿਜ਼ ਨੇ, ਐਗਰੀਕਲਚਰ ਸਰਵਿਸਿਜ਼, ਬੀਜ ਦੇਣਾ, ਖਾਦ ਦੇਣਾ ਜਾਂ ਹੋਰ ਕਿਸੇ ਖਾਸ ਤਰ੍ਹਾਂ ਦੀ ਇਨਪੁਟ ਦੇਣਾ, ਇਹ ਸਾਰੀਆਂ ਚੀਜ਼ਾਂ ਕੰਟਰੈਕਟ ਦਾ ਹਿੱਸਾ ਹੋਣਗੀਆਂ ਅਤੇ ਉਸ ਵਿੱਚ ਲਿਖਣਾ ਹੋਏਗਾ ਕਿ ਕੌਣ ਸੀ ਚੀਜ਼ ਦਿੱਤੀ ਗਈ ਅਤੇ ਉਸ ਦੀ ਕੀਮਤ ਕੀ ਸੀ। ਇਹ ਜਿਹੜਾ ਕੰਟਰੈਕਟ ਹੋਏਗਾ ਇਹ ਕਿੰਨੇ ਦਿਨਾਂ ਦਾ ਹੋਏਗਾ। ਜਿਹੜਾ ਤੁਹਾਡਾ ਸਵਾਲ ਹੈ ਕਿ ਕੰਟਰੈਕਟ ਕਿੰਨੇ ਦਿਨਾਂ ਦਾ ਹੋਏਗਾ, ਕਾਨੂੰਨ ਦੇ ਹਿਸਾਬ ਨਾਲ ਘੱਟੋ ਘੱਟ ਇੱਕ ਫਸਲ ਦਾ। ਠੀਕ ਹੈ।
ਤੁਸੀਂ ਇਸ ਕਾਨੂੰਨ ਦੇ ਕੰਟਰੈਕਟ ਨੂੰ ਤੁਸੀਂ 5 ਸਾਲ ਤੱਕ ਲੈ ਜਾ ਸਕਦੇ ਹੋ। ਲੇਕਿਨ ਕੁਝ ਫਸਲਾਂ ਇਹੋ ਜਿਹੀਆਂ ਨੇ, ਜਿਸ ਤਰ੍ਹਾਂ ਫਲ ਵਾਲੀ ਫਸਲਾਂ, ਜਿਸ ਤਰ੍ਹਾਂ ਕਿ ਆਮ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਆਮ ਦੀ ਫਸਲ ਆਏਗੀ 3-4 ਸਾਲ ਬਾਅਦ, ਲੇਕਿਨ ਉਹ ਚਲੇਗੀ 15, 20, 30 ਸਾਲ ਤੱਕ। ਜੇਕਰ ਤੁਸੀਂ ਚਾਹੋ, ਕਿਸਾਨ ਚਾਹੇ, ਤਾਂ ਦੋਵੇਂ ਪਾਰਟੀਆਂ ਮਿਲ ਕੇ ਲੰਮੇ ਸਮੇਂ ਤੱਕ ਫਸਲ ਦਾ ਕੰਟਰੈਕਟ ਕਰ ਸਕਦੇ ਨੇ, ਲੇਕਿਨ ਇਹ ਨਿਰਭਰ ਹੋਏਗਾ ਦੋਵੇਂ ਪਾਰਟੀਆਂ ਦੇ ਉੱਤੇ। ਠੀਕ ਹੈ, ਇਹ ਜਿਹੜਾ ਸਮਝੌਤਾ ਹੋਏਗਾ ਜ਼ਮੀਨ ਦਾ ਹੋਏਗਾ ਜਾਂ ਫਸਲ ਦਾ ਹੋਏਗਾ। ਇਸ ਕਾਨੂੰਨ ਵਿੱਚ ਕਿਸਾਨ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਕਿ ਮੈਂ ਕੰਟਰੈਕਟ ਤਾਂ ਸਾਈਨ ਕਰ ਰਿਹਾ, ਪਰ ਮੇਰੀ ਜ਼ਮੀਨ ਦਾ ਕੀ ਹੋਏਗਾ। ਕਾਨੂੰਨ ਵਿੱਚ ਬਹੁਤ ਸਾਫ਼ ਤਰ੍ਹਾਂ ਲਿਖਿਆ ਹੈ ਕਿ ਜ਼ਮੀਨ ਦਾ ਮਾਲਿਕਾਨਾ ਹੱਕ ਹਮੇਸ਼ਾ ਕਿਸਾਨ ਦਾ ਰਹੇਗਾ, ਇਸ ਨੂੰ ਕੋਈ ਨਹੀਂ ਛੇੜ ਸਕਦਾ। ਤਾਂ ਤੁਸੀਂ ਜੋ ਕੰਟਰੈਕਟ ਕਰ ਰਹੇ ਹੋ ਉਹ ਫਸਲ ਦਾ ਕੰਟਰੈਕਟ ਕਰ ਰਹੇ ਹੋ, ਜ਼ਮੀਨ ਦਾ ਨਹੀਂ। ਠੀਕ ਹੈ ਨਾ, ਉਹ ਜ਼ਮੀਨ ਕੰਟਰੈਕਟ ਦਾ ਹਿੱਸਾ ਹੈ। ਜੇਕਰ ਕਿਸੇ ਤਰ੍ਹਾਂ ਦਾ ਵਿਵਾਦ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਵਸੂਲੀ ਦੀ ਗੱਲ ਆਉਂਦੀ ਹੈ, ਤਦ ਵੀ ਕੋਈ ਵੀ ਤੁਹਾਡੀ ਜ਼ਮੀਨ ਨੂੰ ਨਹੀਂ ਛੂ ਸਕਦਾ। ਬਹੁਤ ਕਲੀਅਰ ਇਸ ਕਾਨੂੰਨ ਵਿੱਚ ਲਿਖਿਆ ਹੋਇਆ ਹੈ ਕਿ ਕਿਸਾਨ ਦੀ ਜ਼ਮੀਨ ਨੂੰ ਕੋਈ ਛੂ ਨਹੀਂ ਸਕਦਾ। ਇਸ ਗੱਲ ਨੂੰ ਤੁਸੀਂ ਹਮੇਸ਼ਾ ਧਿਆਨ ਰੱਖੋ। ਇਹ ਕੰਟਰੈਕਟ ਜਿਹੜਾ ਹੋਇਆ ਹੈ, ਇਸ ਦੀ ਜਿਹੜੀ ਕੀਮਤ ਰੱਖੀ ਜਾਏਗੀ, ਇਸ ਨੂੰ ਕੌਣ ਰੱਖੇਗਾ। ਦੇਖੋ, ਤੁਹਾਡਾ ਸਵਾਲ ਬਹੁਤ ਚੰਗਾ ਹੈ ਕਿ ਅਲਟੀਮੇਟਲੀ ਜਦ ਅਸੀਂ ਕੰਟਰੈਕਟ ਕਰ ਰਹੇ ਹਾਂ ਤਾਂ ਇਸ ਵਿੱਚ ਜਿਹੜੀ ਕੀਮਤ ਹੈ, ਫਸਲ ਦੇ ਦਾਮ ਕੌਣ ਲਗਾਏਗਾ। ਤਾਂ ਇਸ ਵਿੱਚ ਦੋ ਤਰ੍ਹਾਂ ਦੇ ਪ੍ਰਾਵਧਾਨ ਨੇ। ਇੱਕ ਤਾਂ ਇਹ ਹੈ ਕਿ ਜਦ ਤੁਸੀਂ ਕਿਸੇ ਤਰ੍ਹਾਂ ਦਾ ਕੰਟਰੈਕਟ ਕਰਦੇ ਹੋ, ਵਪਾਰੀ ਜਾਂ ਕਿਸਾਨ ਮਿਲ ਕੇ ਤੈਅ ਕਰਨ ਕਿ ਫਸਲ ਦੀ ਕੀਮਤ ਕੀ ਹੋਏਗੀ। ਤੁਹਾਡੇ ਕੋਲ ਆਪਣਾ ਅਨੁਭਵ ਹੈ, ਵਪਾਰੀ ਦੇ ਕੋਲ ਆਪਣਾ ਅਨੁਭਵ ਹੈ। ਅਨੁਭਵ ਦੇ ਆਧਾਰ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਨਹੀਂ, ਇਹ ਕੀਮਤ ਕਮ ਹੈ, ਤੁਸੀਂ ਜ਼ਿਆਦਾ ਲਓ। ਅਤੇ ਜੇਕਰ ਵਪਾਰੀ ਤੁਹਾਨੂੰ ਕਹਿੰਦਾ ਹੈ ਕਿ ਨਹੀਂ, ਜੇਕਰ ਤੁਸੀਂ ਮੇਰੇ ਲਈ ਖਾਸ ਚੀਜ਼ ਬਣਾ ਕੇ ਦਿੰਦੇ ਹੋ ਤਾਂ ਮੈਂ ਤੁਹਾਨੂੰ ਹੋਰ ਵੀ ਜ਼ਿਆਦਾ ਪੈਸੇ ਦੇ ਸਕਦਾ। ਤਾਂ ਪਹਿਲੀ ਗੱਲ ਤਾਂ ਇਹ ਕਿ ਦੋਵੇਂ, ਵਪਾਰੀ ਅਤੇ ਕਿਸਾਨ ਦੋਵੇਂ ਮਿਲ ਕੇ ਇਹ ਤੈਅ ਕਰਨਗੇ ਕਿ ਫਸਲ ਦੀ ਕੀਮਤ ਕੀ ਹੋਏਗੀ। ਪਰ ਮੰਨ ਲਓ ਬਾਜ਼ਾਰ ਵਿੱਚ ਕੋਈ ਇਹੋ ਜਿਹੀ ਹਾਲਤ ਆਉਂਦੀ ਹੈ ਕਿ ਬਹੁਤ ਜ਼ਿਆਦਾ ਪ੍ਰੋਫਿਟ ਹੋ ਰਿਹਾ ਹੈ ਕਿਸੇ ਫਸਲ ਵਿੱਚ, ਉਸ ਵੇਲੇ ਪ੍ਰਾਵਧਾਨ ਇਹ ਵੀ ਕੀਤਾ ਗਿਆ ਹੈ ਕਾਨੂੰਨ ਵਿੱਚ ਕਿ ਵਪਾਰੀ ਅਤੇ ਕਿਸਾਨ ਇਹ ਤੈਅ ਕਰ ਸਕਦੇ ਨੇ ਕਿ ਜੇਕਰ ਮੁਨਾਫਾ ਜਿਹੜਾ ਮੈਂ ਸੋਚਿਆ ਸੀ ਉਸ ਤੋਂ ਜ਼ਿਆਦਾ ਹੋ ਰਿਹਾ ਹੈ ਤਾਂ ਉਸ ਵਿੱਚ ਕਿਸਾਨ ਦੀ ਭਾਗੀਦਾਰੀ ਕੀਤੀ ਜਾਵੇ, ਤਾਂ ਕਿ ਹਮੇਸ਼ਾ ਕਿਸਾਨ ਨੂੰ ਪ੍ਰੋਤਸਾਹਨ ਮਿਲਦਾ ਰਹੇ ਕਿ ਮੈਂ ਜਿਸ ਵਪਾਰੀ ਦੇ ਨਾਲ ਕੰਮ ਕਰ ਰਿਹਾ ਤਾਂ ਉਸ ਨੂੰ ਮੁਨਾਫਾ ਮਿਲ ਰਿਹਾ ਹੈ ਤਾਂ ਮੈਨੂੰ ਵੀ ਥੋੜ੍ਹਾ ਮੁਨਾਫਾ ਦੇਗਾ, ਤਾਂ ਕਿਸਾਨ ਨੂੰ ਹੋਰ ਫਾਇਦਾ ਹੋਏਗਾ। ਅਤੇ ਵਪਾਰੀ ਅਤੇ ਉਹ ਦੋਵੇਂ ਮਿਲ ਕੇ ਕੰਮ ਕਰ ਰਹੇ ਤਾਂ ਦੋਵਾਂ ਦਾ ਫਾਇਦਾ ਹੋਏਗਾ। ਤਾਂ ਆਪਸ ਵਿੱਚ ਹੀ ਤੁਸੀਂ ਲੋਕ ਤੈਅ ਕਰੋਗੇ ਕਿ ਫਸਲ ਦਾ ਦਾਮ ਕੀ ਹੋਏਗਾ। ਇੱਕ ਹੋਰ ਹੈ ਜੋ ਕਿਸਾਨ ਭਰਾ ਕਰ ਸਕਦੇ ਨੇ, ਤੁਹਾਡੇ ਆਸ-ਪਾਸ ਜੋ ਮੰਡੀ, APMC ਮੰਡੀ, ਜਿਸ ਨੂੰ ਅਸੀਂ ਬੋਲਦੇ ਹਾਂ ਮੰਡੀ ਸਮਿਤੀ, ਉੱਥੇ ਜਿਹੜੀ ਕੀਮਤ ਚੱਲ ਰਹੀ ਹੈ ਤੁਸੀਂ ਉਸ ਦਾ ਵੀ ਰੈਫਰੈਂਸ ਲੈ ਸਕਦੇ ਹੋ। ਜਿਹੜਾ ਵੀ ਮੰਡੀ ਸਮਿਤੀ ਦਾ ਰੇਟ ਚੱਲ ਰਿਹਾ ਹੋਏਗਾ, ਮੈਂ ਤੁਹਾਥੋਂ 2%, 5%, 15%, 50%, ਜਿਹੜਾ ਵੀ ਜ਼ਿਆਦਾ ਹੋਏਗਾ, ਇਸ ਦਾ ਵੀ ਤੁਸੀਂ ਆਪਸ ਵਿੱਚ ਸਮਝੌਤਾ ਕਰ ਸਕਦੇ ਹੋ ਕਿ ਅਸੀਂ APMC ਦੇ ਰੇਟ ਨੂੰ ਉਧਾਰ ਬਣਾ ਲਵਾਂਗੇ, ਉਸ ਦੇ ਉੱਤੇ ਤੁਹਾਨੂੰ ਇੰਨਾ ਦੇਣਾ ਪਏਗਾ। ਤਾਂ ਦੂਜੀ ਵਾਰੀ ਇਹ ਗੱਲ ਆਉਂਦੀ ਹੈ ਕਿ ਤੁਸੀਂ ਅਤੇ ਵਪਾਰੀ ਮਿਲ ਕੇ ਤੈਅ ਕਰਨਗੇ ਕਿ ਰੇਟ ਕੀ ਹੈ। APMC ਤੁਹਾਡਾ ਰੈਫਰੈਂਸ ਪ੍ਰਾਈਜ਼ ਹੋ ਸਕਦਾ ਹੈ। APMC ਨੂੰ ਤੁਸੀਂ ਮਾਰਗਦਰਸ਼ਨ ਮੰਨ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਾਈਜ਼ ਤੈਅ ਕੀਤਾ ਜਾਏਗਾ। ਇਹ ਜਿਹੜੀ ਫਸਲ ਤਿਆਰ ਹੋਏਗੀ, ਇਸ ਨੂੰ ਲੈਣ ਕੌਣ ਆਏਗਾ? ਇਸ ਨੂੰ ਲੈ ਕੇ ਅਸੀਂ ਜਾਵਾਂਗੇ ਜਾਂ ਕੋਈ ਹੋਰ ਆਏਗਾ? ਬੜਾ ਚੰਗਾ ਸਵਾਲ ਕੀਤਾ ਹੈ ਕਿ ਫਸਲ ਤਿਆਰ ਹੋ ਗਈ, ਕੰਟਰੈਕਟ ਮੇਰਾ ਹੋ ਗਿਆ, ਹੁਣ ਇਸ ਮਾਲ ਦਾ ਮੈਂ ਕੀ ਕਰਾਂ, ਕੌਣ ਲੈ ਕੇ ਜਾਏਗਾ? ਦੋ ਸੁਵਿਧਾਵਾਂ ਇਸ ਕਾਨੂੰਨ ਵਿੱਚ ਦਿੱਤੀਆਂ ਗਈਆਂ ਨੇ। ਇੱਕ ਤਾਂ ਕਿਸਾਨ ਦੇ ਖੇਤ ਤੋਂ ਜੋ ਵਪਾਰੀ ਉਹ ਕਹੇਗਾ ਕਿ ਮੈਂ ਉਠਾ ਲੈਂਦਾ। ਦੂਜਾ ਇਹ ਕਿ ਉਹ ਕਹਿ ਸਕਦਾ ਹੈ ਕਿ ਜੋ ਮਾਲ ਮੇਰੇ ਗੋਦਾਮ ਤੱਕ ਪਹੁੰਚਾ ਦਿਓ, ਜੋ ਭਾੜਾ ਲੱਗੇਗਾ ਉਹ ਮੈਂ ਤੁਹਾਨੂੰ ਦੇ ਦਾਂਗਾ। ਔਰ ਤੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਫਸਲ ਕੱਟ ਦਿੱਤੀ ਅਤੇ ਵਪਾਰੀ ਨਹੀਂ ਆ ਰਿਹਾ। ਉਸ ਦਾ ਟਾਈਮ ਫਰੇਮ ਦਿੱਤਾ ਗਿਆ ਹੈ ਕਾਨੂੰਨ ਵਿੱਚ ਕਿ ਇੰਨੇ ਸਮੇਂ ਦੇ ਅੰਦਰ ਅੰਦਰ ਤੁਹਾਨੂੰ ਫਸਲ ਚੱਕਣੀ ਪਏਗੀ, ਕਿਉਂਕਿ ਕੱਟਣ ਦੇ ਬਾਅਦ ਫਸਲ ਜੇਕਰ ਖਰਾਬ ਹੋ ਜਾਂਦੀ ਹੈ ਤਾਂ ਕਿਸਾਨ ਦਾ ਨੁਕਸਾਨ ਹੋਏਗਾ। ਤਾਂ ਕਿਸਾਨ ਦੇ ਹਿੱਤ ਨੂੰ ਬਚਾਉਣ ਲਈ ਕਾਨੂੰਨ ਵਿੱਚ ਇਹ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਵਪਾਰੀ ਦੀ ਜ਼ਿੰਮੇਵਾਰੀ ਹੋਏਗੀ ਕਿ ਜਿਵੇਂ ਕੰਟਰੈਕਟ ਦੀ ਫਸਲ ਤਿਆਰ ਹੁੰਦੀ ਹੈ ਤਾਂ ਉਹ ਫਸਲ ਉਠਵਾਉਣ ਦਾ ਇੰਤਜ਼ਾਮ ਕਰੇ, ਅਤੇ ਜੇਕਰ ਕਿਸੇ ਕਾਰਨ ਉਹ ਨਹੀਂ ਕਰਦਾ ਹੈ ਤਾਂ ਕਿਸਾਨ ਨੂੰ ਵੀ ਅਧਿਕਾਰ ਹੈ ਕਿ ਉਹ ਫਸਲ ਕਿਤੇ ਹੋਰ ਵੇਚ ਦੇਵੇ ਅਤੇ ਆਪਣਾ ਜੋ ਮੁਨਾਫਾ ਹੈ ਜਾਂ ਜੋ ਵੀ ਉਸ ਦੀ ਆਮਦਨੀ ਹੈ ਉਹ ਕਿਸਾਨ ਦੀ, ਫਿਰ ਉਸ ਵਿੱਚ ਜੋ ਕੰਟਰੈਕਟ ਵਾਲਾ ਵਪਾਰੀ ਹੈ ਉਸ ਵਿੱਚ ਦਖਲ ਨਹੀਂ ਕਰ ਸਕਦਾ, ਕਿਉਂਕਿ ਉਸਨੇ ਟਾਈਮ ਤੇ ਫਸਲ ਨਹੀਂ ਚੱਕੀ। ਜੋ ਮੇਰੀ ਫਸਲ ਹੈ ਉਸ ਦੀ ਕੁਆਲਿਟੀ ਕੌਣ ਸਿਲੈਕਟ ਕਰੇਗਾ ਅਤੇ ਕਿੱਥੇ ਹੋਏਗੀ? ਵੇਖੋ, ਜੋ ਕੰਟਰੈਕਟ ਤੁਹਾਡੇ ਨਾਲ ਕੀਤਾ ਹੈ ਉਹ ਕੁਆਲਿਟੀ ਨੂੰ ਲੈ ਕੇ ਵਪਾਰੀ ਨੇ ਕੀਤਾ ਹੈ, ਤਾਂ ਕੁਆਲਿਟੀ ਚੈੱਕ ਕਰਨ ਦਾ ਅਧਿਕਾਰ ਵਪਾਰੀ ਨੂੰ ਹੈ। ਅਤੇ ਜੋ ਐਗਰੀਮੈਂਟ ਵਿੱਚ ਤੁਸੀਂ ਲਿਖਿਆ ਕਿ ਕਿਸ ਕੁਆਲਿਟੀ ਦਾ ਮਾਲ ਚਾਹੀਦਾ ਹੈ, ਉਸ ਆਧਾਰ ਤੇ ਹੀ ਉਹ ਚੈੱਕ ਕਰੇਗਾ। ਠੀਕ ਹੈ। ਅਤੇ ਜੇਕਰ ਮੰਨ ਲਓ ਵਪਾਰੀ ਕਹਿੰਦਾ ਹੈ ਕਿ ਮੈਂ ਕੁਆਲਿਟੀ ਚੈੱਕ ਕਰਨ ਨਹੀਂ ਆ ਰਿਹਾ, ਤੁਸੀਂ ਮਾਲ ਭਿਜਵਾ ਦਿਓ, ਤਾਂ ਉਹ ਵਪਾਰੀ ਆਪਣੇ ਰਿਸਕ ਤੇ ਕਹਿ ਰਿਹਾ ਹੈ। ਜੇਕਰ ਤੁਸੀਂ ਮਾਲ ਭਿਜਵਾ ਦਿੱਤਾ ਅਤੇ ਬਾਅਦ ਵਿੱਚ ਵਪਾਰੀ ਜੇਕਰ ਕਹਿੰਦਾ ਹੈ ਕਿ ਨਹੀਂ ਕੁਆਲਿਟੀ ਠੀਕ ਨਹੀਂ ਸੀ, ਤਾਂ ਦਿੱਕਤ ਤੁਹਾਡੀ ਨਹੀਂ ਹੈ, ਵਪਾਰੀ ਦੀ ਜ਼ਿੰਮੇਵਾਰੀ ਹੈ, ਕਿਉਂਕਿ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਵਪਾਰੀ ਨੂੰ ਇਹ ਅਧਿਕਾਰ ਹੈ ਕਿ ਮਾਲ ਲੈਣ ਤੋਂ ਪਹਿਲਾਂ ਕੁਆਲਿਟੀ ਚੈੱਕ ਕਰੇ।
ਜੇਕਰ ਉਹ ਚੈੱਕ ਨਹੀਂ ਕਰਦਾ ਹੈ ਕਿ ਕਹਿੰਦਾ ਹੈ ਕਿ ਭਿਜਵਾ ਦਿਓ, ਤੇ ਉਸ ਦਾ ਰਿਸਕ ਹੈ, ਤੁਹਾਡਾ ਨਹੀਂ। ਤਾਂ ਕੁਆਲਿਟੀ ਦੀ ਜ਼ਿੰਮੇਵਾਰੀ ਵਪਾਰੀ ਦੀ, ਤੁਹਾਨੂੰ ਉਹੀ ਦੇਣਾ ਹੈ ਜੋ ਵਪਾਰੀ ਨੇ ਕੰਟਰੈਕਟ ਵਿੱਚ ਸਾਈਨ ਕੀਤਾ ਹੈ। ਜੋ ਹਿਸਾਬ ਕਰ ਰਿਹਾ ਹੈ, ਸਮਝੌਤਾ ਕਰਵਾ ਰਿਹਾ ਹੈ, ਇਹ ਪੈਸਾ ਸਾਨੂੰ ਕਦ ਮਿਲੇਗਾ? ਬਹੁਤ ਚੰਗਾ ਸਵਾਲ ਹੈ ਤੁਹਾਡਾ। ਅਲਟੀਮੇਟਲੀ ਅਸੀਂ ਇਹੀ ਕਹਿੰਦੇ ਹਾਂ ਕਿ ਕਿਸਾਨ ਨੂੰ ਉਹ ਪੈਸਾ ਕਦੋਂ ਮਿਲੇਗਾ। ਕਾਨੂੰਨ ਇਹ ਕਹਿੰਦਾ ਹੈ ਕਿ ਜੋ ਤੁਸੀਂ ਪ੍ਰੋਡਕਸ਼ਨ ਕੀਤਾ, ਜੋ ਤੁਸੀਂ ਮਾਲ ਤਿਆਰ ਕੀਤਾ, ਵਪਾਰੀ ਉਸ ਦਾ ਤੁਰੰਤ ਪੈਸਾ ਦੇਵੇ ਅਤੇ ਮਾਲ ਚੱਕੇ। ਮਾਲ ਉਠਾਉਣ ਤੋਂ ਪਹਿਲਾਂ ਪੈਸਾ ਦਿਓ। ਜੇਕਰ ਉਸ ਦੇ ਕੋਲ ਪੈਸਾ ਨਹੀਂ ਹੈ ਤਾਂ ਰਸੀਦ ਦਿਓ। ਇਹ ਕਾਨੂੰਨ ਬਹੁਤ ਸਾਫ਼ ਤਰੀਕੇ ਨਾਲ ਕਿਸਾਨਾਂ ਦੇ ਹਿੱਤ ਦੀ ਰੱਖਿਆ ਕਰਦੇ ਨੇ। ਜੋ ਸਾਡਾ ਸਮਝੌਤਾ ਹੋਏਗਾ ਉਸ ਵਿੱਚ ਰਾਜ ਸਰਕਾਰ ਦਖਲਅੰਦਾਜ਼ੀ ਤਾਂ ਨਹੀਂ ਕਰੇਗੀ ਜਾਂ ਹੋਰ ਕੋਈ। ਜਦ ਤੁਸੀਂ ਕੰਟਰੈਕਟ ਸਾਈਨ ਕਰਦੇ ਹੋ, ਤੁਸੀਂ ਤੇ ਵਪਾਰੀ ਦੇ ਵਿਚਕਾਰ ਇਹ ਕੰਟਰੈਕਟ ਸਾਈਨ ਹੁੰਦਾ ਹੈ ਕਿ ਵਪਾਰੀ ਨੂੰ ਵੀ ਸ਼ਾਇਦ ਇਹ ਟੈਨਸ਼ਨ ਹੋ ਸਕਦੀ ਹੈ ਕਿ ਮੈਂ ਇੰਨਾ ਪ੍ਰੋਡਕਸ਼ਨ ਕਰਵਾ ਰਿਹਾ ਐਕਸਪੋਰਟ ਲਈ, ਪ੍ਰੋਸੈਸਿੰਗ ਲਈ 5000 ਟਨ, 2000 ਟਨ, ਤਾਂ ਕੀ ਹੋਏਗਾ? ਕਿਆ ਰਾਜ ਸਰਕਾਰ ਉਸ 'ਤੇ ਕੋਈ ਪ੍ਰਤੀਬੰਧ ਲਗਾ ਸਕਦੀ ਹੈ ਜਾਂ ਕੋਈ ਤੀਜਾ ਆਦਮੀ ਆ ਕੇ ਕਹਿ ਸਕਦਾ ਹੈ ਕਿ ਤੁਸੀਂ ਇਹ ਕੰਟਰੈਕਟ ਕਿਉਂ ਸਾਈਨ ਕੀਤਾ? ਵਪਾਰੀ ਦੇ ਨਾਲ ਤੁਸੀਂ ਸਾਈਨ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀਆਂ ਵੀ ਗਲਤਫਹਿਮੀਆਂ ਲੋਕਾਂ ਵਿੱਚ ਹਨ। ਕਾਨੂੰਨ ਦੇ ਹਿਸਾਬ ਨਾਲ ਬਹੁਤ ਹੀ ਕਲੀਅਰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕੰਟਰੈਕਟ ਫਾਰਮਿੰਗ ਕਾਨੂੰਨ, ਜਿਹੜਾ ਭਾਰਤ ਸਰਕਾਰ ਦਾ ਨਇਆ ਕਾਨੂੰਨ ਆਇਆ, ਉਸ ਦੇ ਤਹਿਤ ਜੇਕਰ ਤੁਸੀਂ ਕੰਟਰੈਕਟ ਸਾਈਨ ਕਰਦੇ ਹੋ, ਉਸ ਵਿੱਚ ਰਾਜ ਸਰਕਾਰ ਜਾਂ ਕੋਈ ਵੀ ਡਿਪਾਰਟਮੈਂਟ ਦਖਲਅੰਦਾਜ਼ੀ ਨਹੀਂ ਕਰ ਸਕਦਾ। ਜਿਵੇਂ ਕਾਨੂੰਨ ਹੈ ਭੰਡਾਰਨ ਵਿਵਸਥਾ ਨੂੰ ਲੈ ਕੇ ਐਸੈਂਸ਼ੀਅਲ ਕਮੋਡਿਟੀ ਐਕਟ, ਕਿ ਤੁਸੀਂ ਉਸ ਦੇ ਅੰਤਰਗਤ ਇਸ 'ਤੇ ਰਿਸਟ੍ਰਿਕਸ਼ਨ ਲਗਾ ਸਕਦੇ ਹੋ, ਤੁਸੀਂ ਉਸ 'ਤੇ ਵੀ ਨਹੀਂ ਲਗਾ ਸਕਦੇ। ਮਤਲਬ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਕਾਨੂੰਨ ਹੈ, ਉਹ ਸਮਾਨ 'ਤੇ ਜਾਂ ਫਸਲ 'ਤੇ ਨਹੀਂ ਲੱਗੇਗਾ ਜੋ ਇਸ ਕੰਟਰੈਕਟ ਦੇ ਜ਼ਰੀਏ ਪੈਦਾ ਕਰਵਾਈ ਗਈ ਹੈ। ਤਾਂ ਤੁਸੀਂ ਬੇਫਿਕਰ ਹੋ ਕੇ, ਜੇਕਰ ਤੁਹਾਨੂੰ ਰੇਟ ਚੰਗਾ ਮਿਲਦਾ ਹੈ, ਵਪਾਰੀ ਤੁਹਾਨੂੰ ਆਪਣੀ ਅੱਛੀ ਫਸਲ ਦੇ ਦਾਮ ਦੇਣ ਨੂੰ ਤਿਆਰ ਹੈ, ਤੁਹਾਨੂੰ ਤਸੱਲੀ ਹੈ, ਤੁਸੀਂ ਕੰਟੈਕਟ ਕਰੋ ਅਤੇ ਆਪਣੀ ਫਸਲ ਦੀ ਸਹੀ ਕੀਮਤ ਲਓ। ਤੁਹਾਨੂੰ ਕਿਸੇ ਵੀ ਡਿਪਾਰਟਮੈਂਟ ਤੋਂ, ਚਾਹੇ ਉਹ ਰਾਜ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ, ਕੋਈ ਦਖਲਅੰਦਾਜ਼ੀ ਨਹੀਂ ਹੋਏਗੀ। ਜੇਕਰ ਕਿਸੇ ਗੱਲ 'ਤੇ ਕੋਈ ਵਿਵਾਦ ਹੋ ਗਿਆ ਤਾਂ ਉਸ ਦਾ ਨਿਪਟਾਰਾ ਕਿਵੇਂ ਹੋਏਗਾ? ਵੇਖੋ, ਅੱਜ ਅਸੀਂ ਸਮਝੌਤਾ ਕਰ ਰਹੇ ਹਾਂ, ਕੰਟੈਕਟ ਕਰ ਰਹੇ ਹਾਂ। ਕਦੀ ਕਵਾਰ ਐਸਾ ਹੋ ਹੀ ਜਾਂਦਾ ਹੈ ਕਿ ਮੰਨ ਲਓ ਕਿਸੇ ਗੱਲ ਨੂੰ ਲੈ ਕੇ ਵਾਦ ਵਿਵਾਦ ਹੋ ਹੀ ਗਿਆ, ਹੁਣ ਕੀ ਕੀਤਾ ਜਾਏ? ਲੇਕਿਨ ਅਸੀਂ ਛੋਟੇ ਕਿਸਾਨ ਹਾਂ, ਸਾਡਾ ਵਿਵਾਦ ਕਿੰਨੇ ਦਾ ਹੋਏਗਾ? 1 ਟਨ ਦਾ, 2 ਟਨ ਦਾ, 5000 ਟਨ ਦਾ, 15000 ਟਨ ਦਾ, 20000 ਟਨ ਦਾ। ਲੇਕਿਨ 20000 ਰੁਪਏ ਲਈ ਜੇਕਰ ਸਾਨੂੰ ਕੋਰਟ ਦੇ ਚੱਕਰ ਕੱਟਣੇ ਪੈਣ, ਪਤਾ ਨਹੀਂ ਵਕੀਲਾਂ ਦੇ ਕਿੰਨੇ ਖਰਚੇ ਹੋਣਗੇ, ਤਾਂ ਬਿਹਤਰ ਨਹੀਂ ਕਿ ਅਸੀਂ ਆਪਸ ਵਿੱਚ ਸੁਲਝਾਈਏ। ਤਾਂ ਇਹ ਪ੍ਰਾਵਧਾਨ ਇਸ ਕਾਨੂੰਨ ਵਿੱਚ ਕੀਤਾ ਗਿਆ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਸੀ ਵਿਚਾਰ ਵਿਮਰਸ਼ ਨਾਲ ਉਸ ਨੂੰ ਸੁਲਝਾਈਏ। ਜੇਕਰ ਆਪਸੀ ਵਿਚਾਰ ਵਿਮਰਸ਼ ਨਾਲ ਇਹ ਵਿਵਾਦ ਨਹੀਂ ਸੁਲਝਦਾ ਤਾਂ ਅਸੀਂ SDM ਕੋਲ ਜਾਵਾਂਗੇ। ਜੇਕਰ SDM ਨਾਲ ਨਹੀਂ ਸੁਲਝਦਾ ਤੇ ਉਸ ਦੇ ਵੱਡੇ ਅਧਿਕਾਰੀ ਨੇ ਉਸ ਦੇ ਕੋਲ ਜਾਵਾਂਗੇ। ਲੇਕਿਨ 30 ਦਿਨਾਂ ਦੇ ਅੰਦਰ ਇਸ ਕਾਨੂੰਨ ਦੇ ਹਿਸਾਬ ਨਾਲ ਤੁਹਾਡੀ ਸਮੱਸਿਆ ਦਾ ਸਮਾਧਾਨ ਹੋਣਾ ਚਾਹੀਦਾ ਹੈ, ਤਾਂ ਕਿ ਕਿਸਾਨ ਵੀ ਖੁਸ਼ ਰਹੇ ਅਤੇ ਵਪਾਰੀ ਵੀ ਖੁਸ਼ ਰਹੇ, ਤੇ ਅਗਲੀ ਫਸਲ ਵਿੱਚ ਤੁਸੀਂ ਦੁਬਾਰਾ ਮਿਲ ਕੇ ਕੰਮ ਕਰੋ, ਤਾਂ ਹੀ ਤੇ ਫਾਇਦਾ ਹੈ। ਤਾਂ ਇਸ ਲਈ ਇਸ ਕਾਨੂੰਨ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜਲਦੀ ਨਿਆਂ ਅਤੇ ਕਮ ਖਰਚੇ ਤੇ ਨਿਆਂ ਉਹਨਾਂ ਨੂੰ ਕਿਸ ਤਰ੍ਹਾਂ ਮਿਲੇ। ਹੁਣ ਜਿੰਨੇ ਵੀ ਆਪ ਲੋਕਾਂ ਨੇ ਸਵਾਲ ਕੀਤੇ, ਮੈਂ ਉਸ ਦਾ ਜਵਾਬ ਦਿੱਤਾ। ਉਮੀਦ ਹੈ ਕਿ ਤੁਹਾਡੇ ਕੁਝ ਹੋਰ ਵੀ ਸਵਾਲ ਹੋਣਗੇ। ਮੇਰਾ ਇੱਕ ਨਿਵੇਦਨ ਹੈ ਤੁਹਾਡੇ ਸਭ ਤੋਂ ਕਿ ਸੰਸਦ ਨੇ ਇਹ ਕਾਨੂੰਨ ਪਾਸ ਕੀਤਾ ਹੈ, ਇਹ ਸਭ ਦੇ ਕੋਲ ਹੈ। ਤੁਸੀਂ ਇੰਟਰਨੈਟ ਤੋਂ ਲੈ ਸਕਦੇ ਹੋ, ਕਿਸੇ ਵੀ ਅਧਿਕਾਰੀ ਤੋਂ ਲੈ ਸਕਦੇ ਹੋ। ਕੋਸ਼ਿਸ਼ ਕਰੋ ਤੁਸੀਂ ਇੱਕ ਵਾਰੀ ਕਾਨੂੰਨ ਨੂੰ ਪੜ੍ਹੋ, ਕਿਉਂਕਿ ਹਰ ਤਰ੍ਹਾਂ ਦੇ ਲੋਕ ਨੇ ਸਮਾਜ ਵਿੱਚ। ਕੋਈ ਤੁਹਾਨੂੰ ਬਹਿਕਾਏਗਾ, ਕੋਈ ਬੋਲੇਗਾ ਕਿ ਕਾਨੂੰਨ ਵਿੱਚ ਇਹੋ ਜਿਹਾ ਲਿਖਿਆ ਹੈ, ਵੈਸਾ ਲਿਖਿਆ ਹੋਇਆ ਹੈ, ਤੁਹਾਨੂੰ ਡਰਾਏਗਾ, ਤੁਹਾਨੂੰ ਮਿਸਗਾਈਡ ਕਰੇਗਾ, ਤੁਹਾਨੂੰ ਬਹਿਕਾਉਣ ਦੀ ਕੋਸ਼ਿਸ਼ ਕਰੇਗਾ। ਕਿਰਪਾ ਕਰਕੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ। ਕਾਨੂੰਨ ਨੂੰ ਖੁਦ ਪੜ੍ਹੋ। ਸਿੰਪਲ ਕਾਨੂੰਨ ਹੈ, ਛੋਟਾ ਜਿਹਾ ਕਾਨੂੰਨ ਹੈ। ਜੇਕਰ ਕਿਸੇ ਵਜ੍ਹਾ ਤੋਂ ਸਾਡੇ ਕੋਈ ਕਿਸਾਨ ਭਾਈ ਜਾਂ ਕਿਸਾਨ ਭੈਣ ਨਹੀਂ ਪੜ੍ਹ ਸਕਦੀ ਹੈ ਤਾਂ ਸਕੂਲ ਦੇ ਮਾਸਟਰ ਦੇ ਕੋਲ ਲੈ ਜਾਓ, ਜਾਂ ਪਿੰਡ ਵਿੱਚ ਜੋ ਪੜ੍ਹਨਾ ਜਾਣਦਾ ਹੈ ਉਸ ਨੂੰ ਕਹੋ ਕਿ ਸਾਨੂੰ ਜ਼ਰਾ ਪੜ੍ਹ ਕੇ ਸਮਝਾ ਦਿਓ, ਦੱਸ ਦਿਓ। ਲੇਕਿਨ ਕੋਸ਼ਿਸ਼ ਇਹ ਕਰੋ ਕਿ ਤੁਸੀਂ ਖੁਦ ਪੜ੍ਹੋ, ਤਾਂ ਕਿ ਤੁਹਾਨੂੰ ਸੱਚਾਈ ਦਾ ਪਤਾ ਲੱਗੇ ਕਿ ਸਰਕਾਰ ਨੇ ਜੋ ਕਾਨੂੰਨ ਬਣਾਇਆ ਹੈ ਉਹ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੈ। ਅਤੇ ਜੇਕਰ ਤੁਸੀਂ ਖੁਦ ਜਾਣਕਾਰੀ ਨਹੀਂ ਰੱਖੋਗੇ ਤਾਂ ਕੋਈ ਵੀ ਤੁਹਾਨੂੰ ਬਹਿਕਾ ਸਕਦਾ ਹੈ, ਗਲਤ ਰਸਤਾ ਦਿਖਾ ਸਕਦਾ ਹੈ। ਤਾਂ ਮੇਰਾ ਨਿਵੇਦਨ ਹੈ ਦੇਸ਼ ਦੇ ਸਾਰੇ ਕਿਸਾਨ ਭਾਈਆਂ ਨਾਲ, ਤੁਹਾਡੇ ਲੋਕਾਂ ਨਾਲ, ਕਿ ਜਾਣਕਾਰੀ ਨੂੰ ਖੁਦ ਜਾਣਨ ਦੀ ਕੋਸ਼ਿਸ਼ ਕਰੋ, ਪੜ੍ਹਨ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਹਾਨੂੰ ਕੋਈ ਬਹਿਕਾ ਨਾ ਸਕੇ, ਗਲਤ ਰਸਤਾ ਨਾ ਦਿਖਾ ਸਕੇ। ਅਤੇ ਜੋ ਕਾਨੂੰਨ ਹੈ ਉਹ ਤੁਹਾਡੇ ਭਲੇ ਲਈ ਹੈ। ਤਾਂ ਮੈਨੂੰ ਲੱਗਦਾ ਇਸ ਨਾਲ ਤੁਹਾਡਾ ਫਾਇਦਾ ਹੋਏਗਾ। ਤੁਸੀਂ ਲੋਕਾਂ ਨੇ ਬੁਲਾਇਆ, ਮੈਨੂੰ ਟਾਈਮ ਦਿੱਤਾ, ਸੁਣਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ। ਅਤੇ ਫੇਰ ਕਦੇ ਮੁਲਾਕਾਤ ਹੋਏਗੀ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਸਮਝਣ ਦੀ ਜ਼ਰੂਰਤ ਹੋਵੇ ਤਾਂ ਮੈਂ ਅਵੇਲੇਬਲ ਹਾਂ, ਤੁਸੀਂ ਮੇਰੇ ਨਾਲ ਗੱਲ ਕਰੋ। ਧੰਨਵਾਦ। ਹੁਣ ਤੁਸੀਂ ਸਾਡੇ ਕਿਸਾਨ ਭਰਾਵਾਂ ਦੇ ਨਾਲ ਇੱਕ ਵਾਰੀ ਚਰਚਾ ਸੁਣੀ, ਜਿਸ ਵਿੱਚ ਬਹੁਤ ਸਾਰੇ ਮੁੱਦੇ ਉਹਨਾਂ ਨੇ ਉਠਾਏ ਭਾਰਤ ਦੇ ਜਿਹੜੇ ਕੰਟਰੈਕਟ ਫਾਰਮਿੰਗ ਦੇ ਜੋ ਕਾਨੂੰਨ ਹੈ ਉਸ ਦੇ ਸੰਦਰਭ ਵਿੱਚ। ਉਹਨਾਂ ਵਿੱਚੋਂ ਕੁਝ ਖਾਸ ਗੱਲਾਂ ਦੀ ਚਰਚਾ ਮੈਂ ਤੁਹਾਡੇ ਨਾਲ ਕਰਾਂਗਾ, ਤਾਂ ਕਿ ਤੁਹਾਨੂੰ ਇਸ ਕਾਨੂੰਨ ਦੇ ਫਾਇਦੇ ਸਮਝ ਵਿੱਚ ਆਉਣ
ਅਤੇ ਤੁਸੀਂ ਉਸ ਦਾ ਲਾਭ ਚੱਕ ਸਕੋ। ਕੰਟਰੈਕਟ ਫਾਰਮਿੰਗ ਦੇ ਹਿਸਾਬ ਨਾਲ ਕੰਟਰੈਕਟ ਸਿਰਫ ਫਸਲ ਲਈ ਕੀਤਾ ਗਿਆ ਹੈ। ਇਸ ਵਿੱਚ ਕਿਤੇ ਵੀ ਜ਼ਮੀਨ ਦਾ ਕੰਟਰੈਕਟ ਨਹੀਂ ਹੈ। ਜ਼ਮੀਨ ਦਾ ਮਾਲਿਕਾਨਾ ਹੱਕ ਹਮੇਸ਼ਾ ਕਿਸਾਨ ਦਾ ਹੀ ਰਹੇਗਾ। ਕੰਟਰੈਕਟ ਫਾਰਮਿੰਗ ਐਕਟ ਦੇ ਹਿਸਾਬ ਨਾਲ ਜੋ ਕਿਸਾਨ ਭਰਾ ਕਿਰਾਏ ਦੀ ਜ਼ਮੀਨ ਤੇ ਖੇਤੀ ਕਰ ਰਹੇ ਨੇ ਉਹ ਵੀ ਕੰਟਰੈਕਟ ਕਰ ਸਕਦੇ ਨੇ ਅਤੇ ਉਸ ਤੇ ਇਹ ਨਿਸ਼ਚਿਤ ਕਰਨਾ ਹੋਏਗਾ ਕਿ ਕੰਟਰੈਕਟ ਕਿੰਨੇ ਸਮੇਂ ਦਾ ਹੈ। ਕੰਟਰੈਕਟ ਫਾਰਮਿੰਗ ਐਕਟ ਦੇ ਹਿਸਾਬ ਨਾਲ ਕੋਈ ਵੀ ਕਿਸਾਨ ਦੇ ਨਾਲ ਕੰਟਰੈਕਟ ਕਰ ਸਕਦਾ ਹੈ, ਚਾਹੇ ਉਹ ਐਕਸਪੋਰਟਰ ਹੈ, ਪ੍ਰੋਸੈਸਰ ਹੈ, ਵੇਅਰ ਹਾਊਸ ਵਾਲਾ ਹੈ ਜਾਂ ਕੰਜ਼ਿਊਮਰ ਹੈ। ਕੋਈ ਵੀ ਕਿਸਾਨ ਦੇ ਨਾਲ ਕੰਟਰੈਕਟ ਕਰ ਸਕਦਾ ਹੈ। ਇਸ ਵਿੱਚ ਇਸ ਗੱਲ ਦਾ ਪ੍ਰਾਵਧਾਨ ਕੀਤਾ ਗਿਆ ਹੈ, ਕਿਸਾਨ ਘੱਟੋ ਘੱਟ ਇੱਕ ਫਸਲ ਲਈ ਕੰਟਰੈਕਟ ਕਰ ਸਕਦੇ ਨੇ, ਜ਼ਿਆਦਾ ਤੋਂ ਜ਼ਿਆਦਾ 5 ਸਾਲ ਲਈ। ਅਤੇ ਜੇਕਰ ਕੋਈ ਐਸੀ ਫਸਲ ਹੈ ਜਿਵੇਂ ਪੇਡਾਂ ਦੀ ਫਸਲ ਹੁੰਦੀ ਹੈ ਤਾਂ ਲੰਮੇ ਸਮੇਂ ਤੱਕ ਹੁੰਦੀ ਹੈ। ਇਹ ਕਿਸਾਨ ਦੀ ਮਰਜ਼ੀ ਤੇ ਹੀ ਨਿਰਭਰ ਕਰੇਗਾ ਕਿ ਉਹ ਕੰਟਰੈਕਟ ਕਰਨਾ ਚਾਹੁੰਦਾ ਹੈ ਜਾਂ ਨਹੀਂ। ਕਿਸਾਨ ਦਾ ਪੇਮੈਂਟ ਕਿਸਾਨ ਦਾ ਮਾਲ ਚੱਕਣ ਤੋਂ ਪਹਿਲਾਂ ਦੇਣਾ ਹੋਏਗਾ। ਜੇਕਰ ਕਿਸੇ ਵਜ੍ਹਾ ਨਾਲ ਵਪਾਰੀ ਉਸ ਵੇਲੇ ਪੇਮੈਂਟ ਨਹੀਂ ਕਰਦਾ ਹੈ ਤਾਂ ਉਸ ਨੂੰ ਰਸੀਦ ਦੇਣੀ ਹੋਏਗੀ ਅਤੇ ਇਹ ਲਿਖਣਾ ਹੋਏਗਾ ਕਿ ਕਿੰਨਾ ਪੇਮੈਂਟ ਬਾਕੀ ਹੈ। ਕਾਨੂੰਨ ਦੇ ਹਿਸਾਬ ਨਾਲ ਐਗਰੀਮੈਂਟ ਦੀ ਕਾਪੀ ਕਿਸਾਨ ਅਤੇ ਵਪਾਰੀ ਦੋਹਾਂ ਦੇ ਕੋਲ ਰਹੇਗੀ ਅਤੇ ਨਾਲ ਹੀ ਰਾਜ ਸਰਕਾਰ ਇੱਕ ਇਲੈਕਟ੍ਰੋਨਿਕ ਰਜਿਸਟਰੀ ਦਾ ਪ੍ਰਾਵਧਾਨ ਕਰੇਗੀ, ਜਿਸ ਵਿੱਚ ਜਿਹੜਾ ਵੀ ਕਿਸਾਨ ਕੰਟਰੈਕਟ ਸਾਈਨ ਕਰੇਗਾ ਉਹ ਉਸ ਵਿੱਚ ਰੱਖੀ ਜਾਏਗੀ ਤਾਂ ਕਿ ਜੇਕਰ ਕਦੇ ਵਿਵਾਦ ਹੋਵੇ ਤਾਂ ਉਸ ਕਾਪੀ ਨੂੰ ਉੱਥੋਂ ਡਾਊਨਲੋਡ ਕਰਕੇ ਉਸ ਬੇਸ ਤੇ ਵਿਵਾਦ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਐਗਰੀਕਲਚਰ ਕੰਟਰੈਕਟ ਐਕਟ ਦੇ ਹਿਸਾਬ ਨਾਲ ਜੇਕਰ ਕਿਸੇ ਵਜ੍ਹਾ ਨਾਲ ਫਸਲ ਦਾ ਨੁਕਸਾਨ ਹੁੰਦਾ ਹੈ, ਡੈਮੇਜ ਹੁੰਦਾ ਹੈ, ਕਿਸਾਨ ਉਸ ਲਈ ਜ਼ਿੰਮੇਵਾਰ ਨਹੀਂ ਹੋਏਗਾ। ਕਾਨੂੰਨ ਵਿੱਚ ਇਸ ਗੱਲ ਲਈ ਵੀ ਕਿਹਾ ਗਿਆ ਹੈ ਕਿ ਵਪਾਰੀ ਆਪਣੀ ਫਸਲ ਦਾ ਇੰਸ਼ੋਰੈਂਸ ਕਰਾ ਸਕਦੇ ਤਾਂ ਕਿ ਕਿਸਾਨ ਤੇ ਇਸ ਦਾ ਬੋਝ ਨਾ ਪਵੇ। ਕੰਟਰੈਕਟ ਫਾਰਮਿੰਗ ਐਕਟ ਦੇ ਹਿਸਾਬ ਨਾਲ ਕਿਸਾਨਾਂ ਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਉਹ SDM ਆਫਿਸ ਚਲਾ ਜਾਵੇ। SDM ਸਾਹਿਬ ਕਿਸੇ ਵੀ ਸਮਝਦਾਰ ਆਦਮੀ ਨੂੰ ਕਹਿਣ ਕਿ ਤੁਸੀਂ ਇਹਨਾਂ ਦੇ ਵਿਵਾਦ ਨੂੰ ਨਿਪਟਾਓ। 30 ਦਿਨਾਂ ਦੇ ਵਿੱਚ ਤੁਸੀਂ ਦੱਸੋ ਕਿ ਕੀ ਹਾਲਾਤ ਨੇ ਅਤੇ ਇਹ ਪੂਰੀ ਪ੍ਰਕਿਰਿਆ 30 ਦਿਨਾਂ ਦੇ ਵਿੱਚ ਪੂਰੀ ਹੋਏਗੀ। ਕਿਸਾਨਾਂ ਨੂੰ ਕੋਰਟ ਦੇ ਧੱਕੇ ਖਾਣ ਤੋਂ, ਵਕੀਲਾਂ ਦੇ ਪਿੱਛੇ ਚੱਕਰ ਕੱਟਣ ਤੋਂ ਬਚਾਉਣ ਲਈ ਇਸ ਪ੍ਰਾਵਧਾਨ ਨੂੰ ਰੱਖਿਆ ਗਿਆ ਹੈ ਤਾਂ ਕਿ ਨਿਆਂ ਫੌਰਨ, ਜਲਦੀ ਅਤੇ ਸਸਤੇ ਵਿੱਚ ਮਿਲ ਸਕੇ। ਕੰਟਰੈਕਟ ਐਕਟ ਤੁਹਾਡੇ ਫਾਇਦੇ ਲਈ ਹੈ। ਇਸ ਦੇ ਪ੍ਰਾਵਧਾਨ ਸਾਡੇ ਕਿਸਾਨ ਭਰਾਵਾਂ ਦੀ ਜ਼ਰੂਰਤ ਨੂੰ ਵੇਖ ਕੇ ਬਣਾਏ ਗਏ ਨੇ। ਤੁਸੀਂ ਇਸ ਕਾਨੂੰਨ ਨੂੰ ਸਮਝੋ, ਇਸ ਦਾ ਫਾਇਦਾ ਚੱਕੋ, ਲੋਕਾਂ ਦੇ ਬਹਿਕਾਵੇ ਵਿੱਚ ਨਾ ਆਓ, ਇਹਨਾਂ ਦੇ ਪ੍ਰਾਵਧਾਨਾਂ ਨੂੰ ਸਮਝੋ ਅਤੇ ਇਹ ਲਾਭ ਉਠਾਓ। ਕੰਟਰੈਕਟ ਜੇਕਰ ਸਮਝ ਵਿੱਚ ਆਏ ਤਾਂ ਹੀ ਸਾਈਨ ਕਰੋ, ਵਰਨਾ ਨਾ ਕਰੋ। ਬਹੁਤ ਬਹੁਤ ਧੰਨਵਾਦ।